ਫਤਿਹ। ਗੁਰੂ ਸਵਾਰਿਓ, ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਚਾਲੇ ਪਾ ਦਿੱਤੇ ਸਨ। ਸਰਸਾ ਨਦੀ ਦੇ ਕੰਢੇ ਤੇ ਆ ਕਰਕੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਬਾਰਿਸ਼ ਹੋ ਰਹੀ ਸੀ, ਬੱਦਲ ਗਰਜ ਰਿਹਾ ਸੀ, ਠੰਡ ਬਹੁਤ ਹੈ। ਅੱਗੇ ਸਰਸਾ ਨਦੀ ਚੜ੍ਹੀ ਹੋਈ ਹੈ ਤੇ ਪਿੱਛੇ ਫੌਜਾਂ ਚੜ੍ਹ ਕੇ ਆ ਰਹੀਆਂ ਨੇ। ਹੁਣ ਕੁਝ ਸਿੰਘਾਂ ਨੇ ਫੌਜ ਦੇ ਨਾਲ, ਸ਼ਾਹੀ ਫੌਜ ਨਾਲ, ਦੁਸ਼ਮਣ ਦੇ ਨਾਲ ਮੁਕਾਬਲਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ। ਇੱਕ ਪਾਸੇ ਖੰਡੇ ਖੜਕਦੇ ਨੇ, ਢਾਲਾਂ ਤੇ ਤਲਵਾਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਦੂਜੇ ਪਾਸੇ ਖੜਤਾਲਾਂ, ਕੀਰਤਨ ਹੋ ਰਿਹਾ ਹੈ। ਇਤਿਹਾਸਕਾਰਾਂ ਇਹ ਵੀ ਲਿਖਿਆ ਹੈ ਕਿ ਸਰਸਾ ਨਦੀ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਸਭ ਤੋਂ ਛੋਟੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਕੋਲ ਆਵਾਜ਼ ਮਾਰੀ ਤੇ ਬਾਬਾ ਫਤਿਹ ਸਿੰਘ ਨੇ ਵੀ ਹਾਰਮੋਨੀਅਮ ਤੇ ਕਹਿੰਦੇ ਇੱਕ ਸਾਜ਼ ਪੜ੍ਹਿਆ, ਵਾਹਿਗੁਰੂ ਸਾਜ਼ ਤੇ ਇੱਕ ਸ਼ਬਦ ਪੜ੍ਹਿਆ। ਬਹੁਤ ਸੋਹਣੀ ਆਵਾਜ਼। ਕਲਗੀਧਰ ਪਾਤਸ਼ਾਹ ਮਹਾਰਾਜ ਅੰਤਰਜਾਮੀ ਨੇ, ਘਟ ਦੀ ਜਾਣਨ ਵਾਲੇ ਨੇ। ਉਹ ਜਾਣਦੇ ਨੇ ਕਿ ਅੱਜ ਤੋਂ ਬਾਅਦ ਮੈਂ ਇਹਨਾਂ ਦੀ ਆਵਾਜ਼ ਨਹੀਂ ਸੁਣਨੀ। ਅੱਜ ਤੋਂ ਬਾਅਦ ਆ ਚਿਹਰੇ ਨੂੰ ਮੈਂ ਨਹੀਂ ਵੇਖਣਾ ਸਾਹਿਬਜ਼ਾਦਿਆਂ ਨੂੰ। ਚਲੋ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਗਿਆ, ਸਮਾਪਤੀ ਹੋ ਗਈ। ਸਤਿਗੁਰੂ ਪਾਤਸ਼ਾਹ ਨੇ ਆਪ ਅਰਦਾਸਾ ਸੁਧਿਆ ਤੇ ਸਾਰੀ ਸੰਗਤ ਨੂੰ ਹੁਕਮ ਸੁਣਾ ਦਿੱਤਾ ਕਿ ਸਰਸਾ ਨਦੀ ਨੂੰ ਪਾਰ ਕਰਨਾ ਹੈ। ਹੁਣ ਸੰਗਤ ਸਰਸਾ ਨਦੀ ਨੂੰ ਪਾਰ ਕਰਦੀ। ਸਰਸਾ ਨਦੀ ਦੇ ਵਿੱਚ ਬਹੁਤੇ ਸਿੱਖ ਵੜਦੇ ਸਨ ਪਾਰ ਹੋਣ ਵਾਸਤੇ, ਪਰ ਪਾਰ ਥੋੜ੍ਹੇ ਹੀ ਨਿਕਲਦੇ ਸੀ। ਬਹੁਤਾ ਖਾਲਸਾ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਬਹੁਤ ਵੱਡਾ ਪਾਤਸ਼ਾਹ ਦਾ ਖਜ਼ਾਨਾ, ਕੀਮਤੀ ਗ੍ਰੰਥ, ਪੁੱਤਰਾਂ ਨਾਲੋਂ ਪਿਆਰੇ ਸਿੱਖ ਸਰਸਾ ਨਦੀ ਦੀ ਭੇਟ ਚੜ੍ਹੇ ਨੇ। ਹੁਣ ਸਰਸਾ ਨਦੀ ਦੇ ਕੰਢੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਪਰਿਵਾਰ ਦਾ ਵਿਛੋੜਾ ਪੈ ਗਿਆ। ਪਾਤਸ਼ਾਹ ਦੇ ਪਰਿਵਾਰ ਦੇ ਜਿਹੜੇ ਅਨਬਿਧ ਮੋਤੀ ਨੇ ਉਹ ਉੱਥੇ ਖਿੰਡ ਗਏ। ਇੱਕ ਪਾਸੇ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਹੈ। ਉਹ ਦਿੱਲੀ ਵੱਲ ਨੂੰ ਚੱਲ ਪਏ। ਇਹ ਦਿੱਲੀ ਵੱਲ ਨੂੰ
ਤਾਂ ਚੱਲੇ ਨੇ ਕਿਉਂਕਿ ਜਿਹੜਾ ਲੱਖੀ ਸ਼ਾਹ ਹੈ ਨਾ, ਦਿੱਲੀ ਵਿੱਚ ਰਹਿੰਦਾ ਹੈ, ਜਿਸ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਧੜ ਦਾ ਸੰਸਕਾਰ ਕੀਤਾ ਸੀ ਆਪਣੇ ਘਰ ਦੇ ਵਿੱਚ ਲਿਆ ਕੇ। ਬਹੁਤ ਤਕੜਾ ਉਹ ਵਪਾਰੀ ਹੈ। ਕਹਿੰਦੀ ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਹੋਏ ਨਾ, ਉਸ ਦਿਨ ਵੀ ਉਹ 100 ਗੱਡਾ ਉਹਦਾ ਰੂੰ ਨਾਲ ਭਰਿਆ ਹੋਇਆ ਸੀ। ਇੱਕ ਰੂੰ ਵਾਲੇ ਗੱਡੇ 'ਚ ਪਾਤਸ਼ਾਹ ਦਾ ਧੜ ਲਿਆਂਦਾ ਤੇ ਲਿਆ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ। ਜਿਹੜਾ ਉਹ ਲੱਖੀ ਸ਼ਾਹ ਹੈ ਨਾ, ਭਾਈ ਮਨੀ ਸਿੰਘ ਜੀ ਦਾ ਉਹ ਸਹੁਰਾ ਲੱਗਦਾ ਹੈ। ਇਸ ਕਰਕੇ ਭਾਈ ਮਨੀ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਮਹਿਲ ਨੇ ਇਹ, ਇਹਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਚੱਲ ਪਏ। ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਨਾਲ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਬਾਬਾ ਫਤਿਹ ਸਿੰਘ ਦੀ ਉਮਰ ਪੌਣੇ ਕੁ 7 ਸਾਲਾਂ ਦੀ ਹੈ, 6 ਸਾਲ ਕੁਝ ਕੁ ਮਹੀਨੇ। ਬਾਬਾ ਜੋਰਾਵਰ ਸਿੰਘ ਦੀ ਉਮਰ ਉਸ ਵੇਲੇ ਪੌਣੇ 9 ਸਾਲਾਂ ਦੀ ਹੈ। ਮਾਤਾ ਗੁਜਰ ਕੌਰ ਨੇ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਸਾ ਨੂੰ ਪਾਰ ਨਹੀਂ ਕੀਤਾ। ਉਹ ਸਰਸਾ ਦੇ ਕੰਢੇ ਕੰਢੇ ਤੁਰੇ ਗਏ। ਕਹਿੰਦੇ ਨੇ ਸਵੇਰ ਦੇ ਤੁਰੇ ਨੇ, ਸ਼ਾਮਾਂ ਪੈ ਗਈਆਂ ਸੀ ਤੁਰਦਿਆਂ ਤੁਰਦਿਆਂ। ਫਿਰ ਚੱਕ ਢੇਰਾ ਪਿੰਡ ਆਇਆ ਸੀ। ਚਲੋ ਇਹ ਇਤਿਹਾਸ ਆਪ ਜੀਆਂ ਦੇ ਨਾਲ ਫਿਰ ਸਾਂਝਾ ਕਰਾਂਗੇ, ਛੋਟੇ ਸਾਹਿਬਜ਼ਾਦਿਆਂ ਦਾ। ਇੱਧਰ ਹੁਣ ਇੱਕ ਪਾਸੇ ਪਰਿਵਾਰ ਦਿੱਲੀ ਨੂੰ ਚਲਿਆ ਗਿਆ, ਇੱਕ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਚੱਕ ਢੇਰਾ ਪਿੰਡ ਵੱਲ ਨੂੰ ਨਦੀ ਦੇ ਕੰਢੇ ਕੰਢੇ ਤੁਰੇ ਗਏ। ਤੀਜੇ ਪਾਸੇ ਕਲਗੀਧਰ ਪਾਤਸ਼ਾਹ ਮਹਾਰਾਜ ਔਰ ਉਹਨਾਂ ਦੇ ਨਾਲ ਤਕਰੀਬਨ 40 ਕੁ ਸਿੰਘ। ਜਿੱਦੇ ਆਨੰਦਪੁਰ ਸਾਹਿਬ ਛੱਡਿਆ ਨਾ ਇੱਕ ਦਿਨ ਪਹਿਲਾਂ, ਉਦੋਂ ਸੈਂਕੜੇ ਸਿੰਘ ਆਨੰਦਪੁਰ ਸਾਹਿਬ ਦੇ ਕਿਲੇ 'ਚੋਂ ਸੈਂਕੜੇ ਬਾਹਰ ਨਿਕਲੇ ਸੀ, ਪਰ ਅੱਜ ਪਾਤਸ਼ਾਹ ਦੇ ਨਾਲ ਤਕਰੀਬਨ 40 ਕੁ ਸਿੰਘ ਹੀ ਨੇ। ਭਾਈ ਦਇਆ ਸਿੰਘ ਜੀ ਹੋਣੀ ਨਾਲ ਹੈ, ਭਾਈ ਮਾਨ ਸਿੰਘ ਜੀ ਹੋਣੀ, ਭਾਈ ਉਦੈ ਸਿੰਘ ਜੀ ਹੋਣੀ। ਬਾਬਾ ਅਜੀਤ ਸਿੰਘ ਜੀ ਵੀ ਭੱਜ ਕੇ ਨਾਲ ਰਲ ਗਏ। ਤੇ ਜੋ ਬਾਬਾ ਜੀਵਨ ਸਿੰਘ ਹੈ ਨਾ, ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਦਿੱਲੀ ਤੋਂ ਸੀਸ ਲੈ ਕੇ ਆਏ ਸੀ, ਜਿਨ੍ਹਾਂ ਨੂੰ ਲੋਕ ਮਾਫ ਕਰਿਓ ਜੀ ਮਜ਼੍ਹਬੀ ਸਿੱਖ ਕਹਿੰਦੇ ਆ, ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਬਾਬਾ ਜੀਵਨ ਸਿੰਘ ਮਜ਼੍ਹਬੀ ਨਹੀਂ, ਬਾਬਾ ਜੀਵਨ ਸਿੰਘ ਗੁਰੂ ਦਾ ਸਿੱਖ ਹੈ। ਉਹ ਬਾਬਾ ਜੀਵਨ ਸਿੰਘ ਇੱਥੇ ਹੀ ਸਰਸਾ ਨਦੀ ਦੇ ਕੰਢੇ 'ਤੇ ਆਨੰਦਪੁਰ ਸਾਹਿਬ ਵਾਲੇ ਪਾਸੇ ਇੱਥੇ ਸ਼ਹੀਦ ਹੋ ਗਏ ਸਨ। ਬਾਬਾ ਅਜੀਤ ਸਿੰਘ ਪਿੱਛੋਂ ਭੱਜ ਕੇ ਉਹ ਆਪਣੇ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਰਲੇ। ਹੁਣ ਨਦੀ ਪਾਰ ਕਰ ਲਈ ਹੈ, ਪਾਤਸ਼ਾਹ ਅੱਗੇ ਨੂੰ ਚੱਲਦੇ ਨੇ। ਚੱਲਦਿਆਂ ਚੱਲਦਿਆਂ ਕੋਟਲੇ ਪਹੁੰਚੇ ਨੇ। ਕੋਟਲਾ ਨਿਹੰਗ ਖਾਂ ਦਾ ਪਿੰਡ ਹੈ। ਨਿਹੰਗ ਖਾਂ ਇਹ ਮੁਸਲਮਾਨ ਹੈ।
ਹੁਣ ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ, ਸਾਰੇ ਸਿੱਖ ਚੰਗੇ ਨਹੀਂ, ਸਾਰੇ ਸਿੱਖ ਮਾੜੇ ਨਹੀਂ, ਹਿੰਦੂ ਸਾਰੇ ਮਾੜੇ ਨਹੀਂ, ਸਾਰੇ ਚੰਗੇ ਵੀ ਨਹੀਂ। ਇੱਦਾਂ ਹੀ ਮੁਸਲਮਾਨ ਸਾਰੇ ਚੰਗੇ ਵੀ ਨਹੀਂ ਤੇ ਸਾਰੇ ਮਾੜੇ ਵੀ ਨਹੀਂ। ਹਰ ਇੱਕ ਕੌਮ ਦੇ ਅੰਦਰ ਚੰਗੇ ਲੋਕ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਨੇ। ਕੋਟਲੇ ਦਾ ਹੁਣ ਨਿਹੰਗ ਖਾਂ, ਉਹਦੇ ਪਿੰਡ ਵਿੱਚ ਪਾਤਸ਼ਾਹ ਪਹੁੰਚੇ ਆ ਕੋਟਲੇ। ਉਹ ਅੱਗੇ ਹੋ ਕੇ ਮਿਲਿਆ, ਪਾਤਸ਼ਾਹ ਨੂੰ ਕਹਿੰਦੇ ਜੀ ਤੁਹਾਡੇ ਤੇ ਹੁਣ ਮੁਸੀਬਤ ਪਈ ਹੈ, ਪਿੱਛੋਂ ਦੁਸ਼ਮਣ ਚੜ੍ਹ ਕੇ ਆ ਰਿਹਾ, ਫੌਜਾਂ ਆ ਰਹੀਆਂ ਤੇ ਤੁਹਾਡੇ ਕੋਲੇ ਕੋਈ ਹੁਣ ਪੱਕਾ ਟਿਕਾਣਾ ਨਹੀਂ। ਕਹਿੰਦਾ ਮੇਰੇ ਘਰ ਵਿੱਚ ਆਓਗੇ ਤੇ ਉਹ ਕੋਈ ਖਾਸ ਵਧੀਆ ਟਿਕਾਣਾ ਨਹੀਂ ਹੈ। ਮੇਰੇ ਖੇਤ ਵਿੱਚ ਇੱਟਾਂ ਪਕਾਉਣ ਵਾਲਾ, ਇੱਟਾਂ ਬਣਾਉਣ ਵਾਲਾ ਭੱਠਾ ਹੈ, ਉੱਥੇ ਤੁਸੀਂ ਟਿਕਾਣਾ ਕਰ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਖਾਂ ਦੀ ਬੇਨਤੀ ਪ੍ਰਵਾਨ ਕਰਕੇ ਉਹਦੇ ਭੱਠੇ ਦੇ ਉੱਤੇ ਚਲੇ ਗਏ। ਅੱਜ ਉੱਥੇ ਗੁਰਦੁਆਰਾ ਸ਼ਸ਼ੋਭਤ ਹੈ, ਭੱਠਾ ਸਾਹਿਬ, ਰੋਪੜ ਵਾਲੀ ਸਾਈਡ। ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਨਿਹੰਗ ਖਾਂ ਦੇ ਭੱਠੇ ਤੇ ਪਹੁੰਚੇ ਤੇ ਉਸ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਦੇ ਨਾਲ ਮੁਕਾਬਲਾ ਕੀਤਾ ਸੀ ਨਾ, ਹਾਥੀ ਦੇ ਮੱਥੇ 'ਚ ਨਾਗਣੀ ਮਾਰੀ ਸੀ, ਅਨੇਕਾਂ ਤਵਿਆਂ ਨੂੰ ਪਾੜ ਕੇ ਉਹ ਨਾਗਣੀ ਹਾਥੀ ਦੇ ਮੱਥੇ 'ਚ ਖੁੱਭ ਗਈ ਸੀ। ਉਹ ਬਚਿੱਤਰ ਸਿੰਘ ਬਹੁਤ ਜ਼ਖਮੀ ਹੋ ਗਿਆ ਸੀ। ਕਹਿੰਦੇ ਨਿਹੰਗ ਖਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਕਹਿ ਕੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰ ਲੈ ਗਿਆ ਤੇ ਨਾਲ ਛੱਡਣ ਵਾਸਤੇ ਬਾਬਾ ਅਜੀਤ ਸਿੰਘ ਜੀ ਗਏ ਨੇ। ਬਾਬਾ ਅਜੀਤ ਸਿੰਘ ਜੀ ਜਦੋਂ ਨਿਹੰਗ ਖਾਂ ਦੇ ਘਰ ਗਏ ਤੇ ਨਿਹੰਗ ਖਾਂ ਨੇ ਕਹਿ ਦਿੱਤਾ ਕਿ ਤੁਸੀਂ ਚਲੇ ਜਾਓ, ਅਸੀਂ ਮਰਹਮ ਪੱਟੀ ਕਰਦੇ ਹਾਂ, ਅਸੀਂ ਬਚਿੱਤਰ ਸਿੰਘ ਦਾ ਇਲਾਜ ਕਰਵਾ ਲੈਂਦੇ ਹਾਂ। ਜ਼ਖਮਾਂ ਨੂੰ ਸਾਫ਼ ਕਰਦੇ ਨੇ ਨਿਹੰਗ ਖਾਂ ਤੇ ਇੱਕ ਉਹਦੀ ਬੇਟੀ ਹੈ, ਉਹਦਾ ਨਾਮ ਇਤਿਹਾਸ ਵਿੱਚ ਆਉਂਦਾ ਸਹਿਨਾਜ। ਕਹਿੰਦੇ ਜ਼ਖਮਾਂ ਨੂੰ ਸਾਫ਼ ਕਰਦੇ ਨੇ। ਇੰਨੇ ਨੂੰ ਬਾਹਰ ਆਵਾਜ਼ ਆਈ, ਘੋੜਿਆਂ ਦੇ ਪੌੜਾਂ ਦੀਆਂ ਆਵਾਜ਼ਾਂ ਆਈਆਂ, ਅਲੀ ਅਲੀ ਦੀਆਂ ਆਵਾਜ਼ਾਂ ਆਉਂਦੀਆਂ, ਫੜ ਲਓ ਮਾਰ ਲਓ ਦੀਆਂ ਆਵਾਜ਼ਾਂ ਆਉਂਦੀਆਂ। ਨਿਹੰਗ ਖਾਂ ਨੇ ਕਮਰਾ ਬੰਦ ਕਰਕੇ ਤੇ ਆਪ ਬਾਹਰ ਆ ਗਿਆ ਤੇ ਜਦੋਂ ਪਤਾ ਲੱਗਿਆ ਨਾ ਦੁਸ਼ਮਣਾਂ ਨੂੰ ਕਿ ਇੱਥੇ ਆਇਆ ਕੋਈ, ਨਿਹੰਗ ਖਾਂ ਨੂੰ ਪੁੱਛਿਆ ਅੰਦਰ ਕੌਣ ਹੈ? ਗੱਲ ਕਹਿਣੀ ਸੌਖੀ ਹੈ ਪਰ ਗੱਲ ਬਹੁਤ ਵੱਡੀ ਹੈ। ਨਿਹੰਗ ਖਾਂ ਕਹਿੰਦਾ ਜੀ ਅੰਦਰ ਮੇਰੀ ਧੀ ਅਤੇ ਮੇਰਾ ਜਵਾਈ ਹੈ। ਧੀ ਨੂੰ ਵੀ ਇਹ ਸ਼ਬਦ ਸੁਣਿਆ ਸਹਿਨਾਜ ਨੂੰ। ਕਹਿੰਦਾ ਅੰਦਰ ਮੇਰੀ ਧੀ ਮੇਰਾ ਜਵਾਈ ਹੈ ਤੇ ਉਹ ਦੁਸ਼ਮਣ ਪੁੱਛ ਕੇ ਚਲੇ ਗਏ। ਚਲੋ ਭਾਈ ਬਚਿੱਤਰ ਸਿੰਘ ਨਾ ਠੀਕ ਹੋਏ, ਜ਼ਖਮ ਗਹਿਰੇ ਸੀ, ਬਹੁਤੇ ਫੱਟ ਲੱਗੇ ਹੋਏ ਸੀ, ਉਹ ਸ਼ਹੀਦੀ ਪਾ ਗਏ। ਨਿਹੰਗ ਖਾਂ ਦੇ ਘਰੇ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ। ਚਲੋ ਅੰਤਮ ਸਾਰੀ ਕਿਰਿਆ ਉਹਨਾਂ ਨੇ ਕੀਤੀ। ਸਮਾਂ ਲੰਘਿਆ ਤੇ ਜਦੋਂ ਨਿਹੰਗ ਖਾਂ ਨੇ ਆਪਣੇ ਧੀ ਦੇ ਨਿਕਾਹ ਦੀ ਗੱਲ ਕੀਤੀ ਨਾ ਧੀ ਨਾਲ, ਵੀ ਧੀਏ ਜਵਾਨ ਹੋ ਗਈ, ਤੇਰਾ ਨਿਕਾਹ ਕਰ ਦਈਏ, ਕੋਈ ਚੰਗਾ ਵਰ ਟੋਲ ਲਈਏ।
ਤੇ ਧੀ ਨੇ ਆਪਣੇ ਪਿਤਾ ਨਿਹੰਗ ਖਾਂ ਨੂੰ ਪਤਾ ਕੀ ਆਖਿਆ, ਪਿਤਾ ਜੀ ਮੇਰਾ ਵਿਆਹ ਤਾਂ ਉਦੋਂ ਹੀ ਹੋ ਗਿਆ ਸੀ ਜਿੱਦੇ ਤੁਸੀਂ ਕਹਿਤਾ ਸੀ ਕਿ ਅੰਦਰ ਧੀ ਤੇ ਜਫਾਈ ਹੈ। ਮੇਰਾ ਤਾਂ ਵਿਆਹ ਬਚਿੱਤਰ ਸਿੰਘ ਨਾਲ ਹੋ ਗਿਆ ਹੈ, ਮੈਂ ਹੁਣ ਵਿਆਹ ਨਹੀਂ ਕਰਵਾਵਾਂਗੀ, ਮੈਂ ਨਿਕਾਹ ਨਹੀਂ ਕਰਵਾਵਾਂਗੀ। ਸਹਿਨਾਜ ਨੇ ਨਿਹੰਗ ਖਾਂ ਦੀ ਬੇਟੀ ਨੇ ਵਿਆਹ ਨਹੀਂ ਕਰਵਾਇਆ। ਇਹ ਵੀ ਇੱਕ ਕੁਰਬਾਨੀ ਹੈ। ਅੱਜ ਜਿੱਥੇ ਨਿਹੰਗ ਖਾਂ ਦਾ ਘਰ ਹੈ ਨਾ, ਉੱਥੇ ਸਹਿਨਾਜ ਦੇ ਨਾਮ ਤੇ ਗੁਰਦੁਆਰਾ ਸੁਭਾਈਮਾਨ ਹੈ। ਇੱਧਰ ਹੁਣ ਜਦੋਂ ਨਿਹੰਗ ਖਾਂ ਦੇ ਭੱਠੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ ਨਾ, ਚੇਤਾ ਰੱਖਿਓ ਜੀ 7 ਪੋਹ ਦਾ ਦਿਨ ਹੈ। ਇੱਕ ਬੁੱਧੀ ਚੰਦ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੇ ਬੜੀ ਸ਼ਰਧਾ ਰੱਖਦਾ ਹੈ। ਬੁੱਧੀ ਚੰਦ, ਉਹਦੀ ਇੱਕ ਹਵੇਲੀ ਹੈ ਜਿਹਨੂੰ ਅੱਜ ਆਪਾਂ ਚਮਕੌਰ ਦੀ ਗੜੀ ਕਹਿੰਦੇ ਹਾਂ। ਉਹ ਕੱਚੀ ਹਵੇਲੀ ਹੈ। ਉਹ 2 ਭਰਾਵਾਂ ਦੀ ਸਾਂਝੀ ਹੈ। ਉਹ ਆਪਣੇ ਭਰਾ ਨਾਲ ਰਾਏ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਜੰਗ ਲੜਨ ਵਾਸਤੇ ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਵਾਸਤੇ ਆਪਣੀ ਹਵੇਲੀ ਗੁਰੂ ਜੀ ਨੂੰ ਦੇ ਦਈਏ, ਨਾਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪੈ ਜਾਣਗੇ ਹਵੇਲੀ 'ਚ। ਪਰ ਉਹਦਾ ਭਰਾ ਜਿੱਦੀ ਸੀ, ਉਹ ਨਾ ਮੰਨੇ। ਫਿਰ ਵੀ ਉਹਨੇ ਆਪਣੇ ਭਰਾ ਦੀ ਪਰਵਾਹ ਨਾ ਕਰਦੇ ਹੋਏ ਨਿਹੰਗ ਖਾਂ ਦੇ ਭੱਠੇ ਤੇ ਜਾ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਪਿੱਛੋਂ ਬਹੁਤ ਵੱਡਾ ਕਾਫਲਾ ਫੌਜ ਦਾ ਚੜ੍ਹ ਕੇ ਆ ਰਿਹਾ, ਸੁਣਿਆ ਕਿ 10 ਲੱਖ ਫੌਜ ਚੜ੍ਹ ਕੇ ਆ ਰਹੀ ਹੈ। 10 ਲੱਖ ਦੀ ਗਿਣਤੀ ਭਲਾ ਕਿਵੇਂ ਹੋਈ? ਕਿਉਂਕਿ ਅੱਡੋ ਅੱਡੀ ਸੂਬੇਦਾਰਾਂ ਨੂੰ ਹੁਕਮ ਸੀ ਕਿ ਇੰਨੀ ਫੌਜ ਤੂੰ ਲੈ ਕੇ ਜਾਣੀ ਹੈ, ਲੱਖ ਫੌਜ ਤੂੰ ਲੈ ਕੇ ਜਾਣੀ ਹੈ। ਜਲੰਧਰ ਦਾ ਸੂਬਾ ਤੈਨੂੰ ਭਾਈ ਇੰਨੀ ਫੌਜ ਲਾਈ। ਔਰੰਗਜ਼ੇਬ ਬਾਦਸ਼ਾਹ ਵੱਲੋਂ ਸਾਰੇ ਸੂਬੇਦਾਰਾਂ ਨੂੰ ਹੁਕਮ ਸੀ, ਜਿਹੜੇ ਨਵਾਬ ਸਨ। ਸਰਹੰਦ ਦੇ ਸੂਬੇ ਨੂੰ ਕਹਿ ਦਿੱਤਾ ਤੂੰ ਇੰਨੀ ਫੌਜ ਲੈ ਕੇ ਜਾਣੀ। ਉੱਥੋਂ ਉਹ ਫੌਜ ਦੀ ਗਿਣਤੀ ਹੁੰਦੀ ਹੈ ਤੇ ਨਾਲ ਉਹਨਾਂ ਦੇ ਹਿੰਦੂ ਪਹਾੜੀ ਰਾਜਿਆਂ ਦੀ ਜਿੰਨੀ ਫੌਜ ਸੀ, ਵੀ ਇਸ ਰਾਜੇ ਦੀ ਇੰਨੀ ਫੌਜ, ਇਸ ਰਾਜੇ ਦੀ ਇੰਨੀ ਫੌਜ, ਉਸ ਗਿਣਤੀ ਤੋਂ ਪਤਾ ਚੱਲਦਾ ਹੈ ਕਿ 10 ਲੱਖ ਫੌਜ ਚਮਕੌਰ ਦੀ ਗੜੀ ਤੇ ਚੜ੍ਹ ਕੇ ਆਈ ਸੀ। ਤੇ ਇਧਰ ਜਦੋਂ ਬੁੱਧੀ ਚੰਦ ਨੇ ਆਖਿਆ, ਮਹਾਰਾਜ ਬਹੁਤ ਭਾਰੀ ਫੌਜ ਚੜ੍ਹ ਕੇ ਆ ਰਹੀ ਹੈ, ਇੱਥੇ ਖੁੱਲ੍ਹੀ ਜਗ੍ਹਾ, ਇੱਥੇ ਕੁਝ ਨਹੀਂ ਜੇ ਬਣਨਾ, ਆਪ ਕਿਰਪਾ ਕਰੋ, ਮੇਰੀ ਹਵੇਲੀ 'ਚ ਚਰਨ ਪਾਓ ਤੇ ਨਾਲੇ ਤੁਸੀਂ ਹਵੇਲੀ 'ਚ ਬੈਠ ਕੇ ਦੁਸ਼ਮਣ ਦੇ ਨਾਲ ਮੁਕਾਬਲਾ ਕਰ ਲਓਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਬੁੱਧੀ ਚੰਦ ਦੀ ਬੇਨਤੀ ਪ੍ਰਵਾਨ ਕਰਕੇ ਨਿਹੰਗ ਖਾਂ ਦੇ ਭੱਠੇ ਤੋਂ ਚੱਲੇ ਤੇ ਉਹਦੀ ਹਵੇਲੀ 'ਚ ਚਲੇ ਗਏ। ਜਦੋਂ ਹਵੇਲੀ 'ਚ ਪਹੁੰਚੇ ਨਾ, 7 ਪੋਹ ਦੀ ਰਾਤ ਹੋ ਗਈ ਸੀ। ਰਾਤ ਨੂੰ ਪਹੁੰਚੇ, ਸਾਰੇ ਅੱਡੋ ਅੱਡੀ ਮੋਰਚੇ ਸੰਭਾਲ ਲਏ, ਆਸਣ ਲਾ ਦਿੱਤੇ। ਕਹਿੰਦੇ ਹੁਣ ਇੱਕ ਤਾਂ ਦੁਸ਼ਮਣ ਦੇ ਨਾਲ ਲੜਦੇ ਆਏ, ਗਿਣਤੀ ਥੋੜ੍ਹੀ ਸੀ। ਸਰਸਾ ਨਦੀ ਨੂੰ ਪਾਰ ਕਰਕੇ ਆਏ, ਕੱਪੜੇ ਭਿੱਜੇ ਹੋਏ ਸੀ, ਠੰਡ ਬਹੁਤ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਅੱਗੇ ਹੁਕਮ ਕਰਦੇ ਸੀ, ਅੱਜ ਬੇਨਤੀ ਕਰ ਦਿੱਤੀ। ਕਹਿਣ ਲੱਗੇ, ਖਾਲਸਾ ਜੀ ਬੇਨਤੀ ਹੈ, ਅੱਜ ਦੀ ਰਾਤ ਤੁਸੀਂ ਸਾਰੇ ਆਰਾਮ ਕਰੋਗੇ ਤੇ ਮੈਂ ਤੁਹਾਡੀ ਸੇਵਾ ਕਰਾਂਗਾ। ਕਹਿੰਦੇ ਨੇ ਹੁਕਮ ਮੋੜਿਆ ਨਹੀਂ ਜਾਂਦਾ, ਬੇਨਤੀ ਮੋੜੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੇਨਤੀ ਸਿੱਖਾਂ ਨੇ ਪ੍ਰਵਾਨ ਨਹੀਂ ਜੇ ਕੀਤੀ।
फिर पातशाह ने हुक्म सुना दिता कि खालसे नूं हुक्म है कि खालसा अज रात आराम करेगा तो असीं खालसे की सेवा करांगे। जदों हुक्म सुनाया फिर 7 वचन कहना पिया। इतिहास च लिखिया मिलता है कि रात नूं जदों दिन दे थके हंबे सन ना, सारे सौ गए तो गुरु गोबिंद सिंह महाराज पहरा दिंदे ने। किते भाई दया सिंह दे मुख तो कपड़ा ला के देखते ने, किते भाई मान सिंह नूं वेखदे ने, किते भाई बाबा अजीत सिंह जी नूं वेखदे, बाबा जुझार सिंह जी नूं वेखदे ने। सारे ਸਿੰਘਾਂ ਦੇ मुख चंगी तरह पातशाह तकदे ने। मेरे पातशाह नूं पता है कि कल नूं इन्हां सारिਆਂ ने शहीदियां पा जाणियां, शहीद हो जाना। अंतरजामी पातशाह जाणदे ने, नाले पातशाह पहरा दिंदे ने, नाले सारिਆਂ दी सेवा संभाल। जख्म सी पातशाह ने अपने हथ दे कपड़े नाल सिखां दे जख्मां नूं साफ कीता। माफ़ करियो जी, इतिहास इत्थों तक भी लिखिया है कि पातशाह ने उन्हां दे जख्मां नूं चुम्मिया भी, अपने जान तो वध प्यारे सिखां दे पैर भी चुमे। माफ़ करियो जी, लिखिया मिल जाता इतिहास च। सतगुरु पातशाह पहरा भी देंदे, उधरों धूड़ां उड्डियां, बहुत वड्डी फौज ने आके चमकौर की गढ़ी नूं घेरा पा लिया। रात नूं ही पहुँच गए, 7 पोह की रात नूं घेरा पै गया। घेरा तां पा लिया पर चमकौर की गढ़ी दे नेड़े किहड़ा जावे। एक दूजे नूं सारे जिहड़े मुखी सन फौज दे एक दूजे नूं कहण तूं अगे जाके वेख के आ, दूजा कहे नहीं तूं जाके वेख के आ। फिर जिहड़ा मरेल कोटले दा नवाब है ना, उहदा भरा जिस मरेल कोटले दे नवाब ने हा दा नारा मारिया सी सरहंद विच, उहदा भरा है नाहर खां। माफ़ करियो, जिहड़ा मरेल कोटले दा नवाब है घट होने भी नहीं कीती। हरेक जंग विच वो मूहरे हुंदा सी गुरु गोबिंद सिंह महाराज जी नूं मारन वास्ते। पर उहनूं असीं चेते तां करदे हां कि उहने सरहंद हां दा नारा मारिया भी मैं बदला तां लैना है, पर गुरु गोबिंद सिंह कोलों लैना है, इन्हां बच्चियां तो नहीं लैना। इसे गल करके असीं मरेल कोटले दे नवाब नूं चेते करदे हां। मरेल कोटले का जिहड़ा नवाब उहदा भरा है नाहर खां, वो कहंदा मैं वेख के आउणा चमकौर की जिहड़ी ये कच्ची हवेली है इहदे विच किन्ने कु सिंह ने। कहंदे ये पिछों दी जाके ना हवेली दे इहने पौड़ी ला लई, पौड़ी ते चढ़ के तक्कण लग्या भी अंदर किन्ने का, ते अंदर पहरा पता किहदा सी, कलगियां वाले बापू दा। कलगियां वाले बापू नूं चोरी चोरी कोई किवें तक सकदा है। ये तां जिहड़ा कोई शरण लैके आ जे उहनूं पातशाह शरण विच रख लैंदे ने, जिहड़ा चढ़ के आवे चोरी तक्कण आवे उहनूं नहीं पातशाह बख्शदे। हुण नाहर खां पिछों दी ला के पौड़ी उपर चढ़िया, जदों उत्ते धौण करके वेखण लग्या किन्ने के विच, ते पातशाह ने अपने हथ दी तलवार नाल उहदा गाटा ला दिता। वो जाके दस ही नहीं सकिया भी किन्ने का अंदर, उत्थे ही चित कर दिता, नरका नूं भेजिया। इसे करके वजीदे ने आखिया सी ना मरेल कोटले दे नवाब नूं भी अज भरा दा बदला लै लै, दस इन्हां बच्चिआं नूं की सजा दईए।
ਤੇ ਕਹਿੰਦੇ ਉਹ ਕਚਹਿਰੀ ਚੋਂ ਉੱਠ ਕੇ ਤੁਰ ਗਿਆ ਸੀ ਉਦੋਂ ਮਰੇਲਕੋਟਲੇ ਦਾ ਨਵਾਬ। ਸਭ ਤੋਂ ਪਹਿਲਾਂ ਚਮਕੌਰ ਦੀ ਗੜੀ 'ਚ ਮਾਰਿਆ ਤੇ ਮਰੇਲਕੋਟਲੇ ਵਾਲੇ ਨਵਾਬ ਦਾ ਭਰਾ ਨਾਹਰ ਖਾਂ ਮਾਰਿਆ। ਫਿਰ ਅਗਲੇ ਦਿਨ 10 ਲੱਖ ਫੌਜ ਦਾ ਮੁਕਾਬਲਾ ਕਰਨਾ ਹੈ। ਪਹਿਲਾ ਜਥਾ ਤੋਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਕਰਕੇ, ਥਾਪੜੇ ਦੇ ਕੇ, ਗਲਵੱਕੜੀਆਂ ਪਾ ਕੇ, ਬੜਾ ਪਿਆਰ ਕਰਕੇ 8 ਸਿੰਘਾਂ ਦਾ ਜਥਾ। ਅਸੀਂ ਕਈ ਵਾਰ ਕਹਿੰਦੇ ਹਾਂ 5 ਸਿੰਘਾਂ ਦਾ ਜਥਾ, ਨਹੀਂ ਪਿਆਰਿਓ, 10 ਲੱਖ ਫੌਜ ਇੱਕ ਪਾਸੇ ਤੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ 8 ਨੂੰ ਥਾਪੜਾ ਦੇ ਕੇ ਤੋਰਦੇ ਸੀ। 4 ਹੀ ਜਥੇ ਗਏ ਸੀ। 8 ਸਿੰਘਾਂ ਦਾ ਜਥਾ ਬਣਾਈਏ, 4 ਜਥੇ 32 ਸਿੰਘ ਬਣਦੇ ਨੇ ਤੇ 40 ਤਾਂ ਸਾਰੇ ਸੀ। ਤੇ ਦੂਜੀ ਗੱਲ ਇਹ ਵੀ ਨੋਟ ਕਰਿਓ, 10 ਲੱਖ ਨੂੰ 8 ਦੇ ਨਾਲ ਤਕਸੀਮ ਕਰ ਲਿਓ, 1,25,000 ਬਣਦਾ, ਜਿਹਨੂੰ ਅਸੀਂ 1.25 ਲੱਖ ਕਹਿੰਦੇ ਆ। ਐਵੇਂ ਨਹੀਂ ਕਹਿੰਦੇ ਸੀ ਕਿ ਕੱਲਾ ਕੱਲਾ 1.25 ਲੱਖ ਨਾਲ ਲੜਦਾ ਹੈ। ਜਦੋਂ ਇੱਕ ਪਾਸੇ 10 ਲੱਖ ਹੋਵੇ ਤੇ ਉਹਨਾਂ ਨਾਲ ਜੰਗ ਲੜਨ 8 ਜਾਣ ਤੇ ਇੱਕ ਦੇ ਹਿੱਸੇ ਕਿੰਨੇ ਆਏ ਭਲਾ? 1.25 ਲੱਖ। 8 ਸਿੱਖ ਤੋਰੇ ਨੇ ਥਾਪੜੇ ਦੇ ਕੇ ਪਾਤਸ਼ਾਹ ਨੇ, ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਦੇ ਉੱਪਰ ਜਿਹੜੀ ਮੁੰਮਟੀ ਬਣੀ ਹੁੰਦੀ ਆ ਨਾ, ਉਹਦੇ ਤੇ ਜਾ ਕੇ ਖੜੇ ਹੋ ਗਏ। ਵੇਖਦੇ ਨੇ ਕਿ ਮੇਰੇ ਪਿਆਰ ਵਾਲੇ ਸਿੰਘ, ਜਿਨ੍ਹਾਂ ਨੂੰ ਮੈਂ ਤੀਰ ਚਲਾਉਣੇ ਸਿਖਾਏ, ਘੋੜ ਸਵਾਰੀ ਸਿਖਾਈ, ਜਿਨ੍ਹਾਂ ਨੂੰ ਕਿਰਪਾਨ ਦੇ ਜੌਹਰ ਵਿਖਾਉਣੇ ਸਿਖਾਏ, ਕਿਰਪਾਨ ਚਲਾਉਣੀ ਸਿਖਾਈ, ਢਾਲਾਂ ਦੇ ਨਾਲ ਵਾਰ ਰੋਕਣੇ ਸਿਖਾਏ, ਅੱਜ ਉਹ ਜੰਗ ਦੇ ਮੈਦਾਨ ਵਿੱਚ ਕਿਵੇਂ ਜੂਝਦੇ ਨੇ। ਅੱਜ ਪਰਚਾ ਹੈ। ਜਿਹੜਾ ਕੁਝ ਪੜ੍ਹਾਇਆ ਸਿਖਾਇਆ, ਅੱਜ ਪਰਚਾ ਪੈ ਗਿਆ। ਤੇ ਪਾਤਸ਼ਾਹ ਕਹਿੰਦੇ ਵੇਹਨੀ ਆ ਕਿੰਨੇ ਕੁ ਨੰਬਰ ਲੈਂਦੇ ਨੇ। ਆਪ ਚਮਕੌਰ ਦੀ ਗੜੀ ਦੇ ਉੱਪਰ ਖੜੇ ਨੇ ਤੇ 8 ਸਿੰਘਾਂ ਦਾ ਜਥਾ ਗਿਆ। ਬਹੁਤ ਸਾਰੀ ਫੌਜ ਦੇ ਆਹੂ ਲਾਹੇ, ਵੱਡੇ ਵੱਡੇ ਜਿਹੜੇ ਉਹਨਾਂ ਦੇ ਜਰਨੈਲ ਸੀ ਫੌਜ ਦੇ, ਉਹਨਾਂ ਨੂੰ ਵੀ ਮਾਰ ਮੁਕਾਇਆ। ਅਨੇਕਾਂ ਨੂੰ ਮਾਰ ਕੇ ਜੂਝਦੇ ਹੋਏ ਬਹੁਤ ਲੰਮਾ ਸਮਾਂ ਜੂਝ ਕੇ ਫਿਰ ਉਹਨਾਂ 8 ਨੇ ਸ਼ਹੀਦੀਆਂ ਪਾਈਆਂ। ਜਦੋਂ ਇੱਕ ਸਿੱਖ ਸ਼ਹੀਦ ਹੁੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਜਕਾਰਾ ਛੱਡਦੇ ਸੀ। ਫਿਰ ਇਸੇ ਤਰ੍ਹਾਂ ਦੂਜਾ ਜਥਾ ਤੋਰਿਆ। ਉਹ ਵੀ ਪਾਤਸ਼ਾਹ ਫਿਰ ਗੜੀ ਦੇ ਉੱਪਰ ਖੜ ਕੇ ਵੇਖਦੇ ਰਹੇ। ਜਦੋਂ 2 ਜਥੇ ਤੋਰੇ ਸ਼ਹੀਦ ਹੋ ਗਏ ਨਾ, ਤੇ ਤੀਜਾ ਜਥਾ ਤੋਰਨਾ, ਤੇ ਉਸ ਵੇਲੇ ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲੇ ਆ ਗਏ। 19 ਕੁ ਸਾਲਾਂ ਦਾ ਜਵਾਨ, ਮੁਸ਼ਹਿਰੇ ਫੁੱਟਦੇ ਹੈ, ਜੇ ਦਾੜੀ ਫੁੱਟਦੀ ਹੈ। ਚਾਅ ਹੁੰਦਾ ਹੈ ਪਿਓ ਨੂੰ, ਭਾਵੇਂ ਨਾ ਹੀ ਦੱਸੇ, ਪਰ ਦੱਸੇ ਭਾਵੇਂ ਨਾ, ਪਿਓ ਨੂੰ ਚਾਅ ਹੁੰਦਾ ਹੈ ਕਿ ਮੇਰਾ ਪੁੱਤ ਜਵਾਨ ਹੋ ਗਿਆ, ਇਹਦੇ ਮੁਸ਼ਹਿਰੇ ਫੁੱਟ ਰਹੇ ਨੇ, ਦਾੜੀ ਫੁੱਟ ਰਹੀ ਹੈ, ਹੁਣ ਮੇਰੇ ਬਰਾਬਰ ਦਾ ਹੋ ਗਿਆ। ਭਰਿਆ ਜੁੱਸਾ ਬਾਬਾ ਅਜੀਤ ਸਿੰਘ ਜੀ ਦਾ, ਉੱਚਾ ਬੜਾ ਕੱਦ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਵਾਂਗੂ। ਚਿਹਰਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵਰਗਾ ਹੈ। ਬੇਨਤੀ ਕੀਤੀ, ਮਹਾਰਾਜ ਪਿਤਾ ਜੀ ਮੈਨੂੰ ਹੁਕਮ ਕਰੋ, ਹੁਣ ਜਿਹੜਾ ਤੁਸੀਂ ਜਥਾ ਭੇਜੋਗੇ ਨਾ ਜੰਗ ਦੇ ਮੈਦਾਨ ਵਿੱਚ, ਇਸ ਜਥੇ ਦੀ ਅਗਵਾਈ ਮੈਂ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਾਅ ਚੜ੍ਹ ਗਿਆ ਕਿ ਅਜੀਤ ਸਿੰਘ ਆਪ ਆਇਆ ਹੈ ਜੰਗ ਦੇ ਮੈਦਾਨ 'ਚ ਜਾਣ ਵਾਸਤੇ, ਦੁਸ਼ਮਣ ਨਾਲ ਜੂਝਣ ਵਾਸਤੇ ਅਜੀਤ ਸਿੰਘ ਆਪ ਆਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਆਖਿਆ ਕਿ ਅਜੀਤ ਸਿੰਘ ਹੁਣ ਤੁਹਾਡੀ ਵਾਰੀ, ਤੁਸੀਂ ਜਾਣਾ ਹੈ। ਤੀਜਾ ਜਥਾ ਭੇਜਣਾ ਤੇ ਬਾਬਾ ਅਜੀਤ ਸਿੰਘ ਆਪ ਆਇਆ
ਤੇ ਬੇਨਤੀ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਕਿਵੇਂ ਭੇਜਦੇ ਨੇ, ਇਹ ਆਪਾਂ ਕੱਲ੍ਹ ਨੂੰ ਇਸ ਤੋਂ ਅੱਗੇ ਇਤਿਹਾਸ ਦੀ ਲੜੀ ਜੋੜ ਲਾਂਗੇ ਜੀ। ਭਾਵੇਂ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਸੀ ਉਹ ਕੱਲ੍ਹ ਸੀ 22 ਦਸੰਬਰ ਨੂੰ। ਵੱਡੇ ਸਾਹਿਬਜ਼ਾਦੇ ਜਿਹੜੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ, ਉਹ 8 ਪੋਹ ਦਾ ਦਿਨ, ਕੱਲ੍ਹ ਵਾਲਾ ਜਿਹੜਾ ਦਿਨ ਲੰਘਿਆ ਉਹ ਦਿਨ ਸੀ। ਤੇ ਚਲੋ ਆਪਾਂ ਹੌਲੀ ਹੌਲੀ ਇਤਿਹਾਸ ਨੂੰ ਇੱਦਾਂ ਹੀ ਅੱਗੇ ਲਈ ਚੱਲਾਂਗੇ ਜੀ। ਤੇ ਆਪ ਨਿੱਤਾ ਪ੍ਰਤੀ ਹਾਜ਼ਰੀਆਂ ਭਰਿਆ ਕਰੋ। ਜਿੱਥੇ ਆਪ ਆਉਣੇ ਆ ਉੱਥੇ ਨਾਲ ਹੋਰ ਸੰਗਤ ਨੂੰ ਪ੍ਰੇਰ ਕੇ ਜ਼ਰੂਰ ਲੈ ਕੇ ਆਇਆ ਕਰੋ ਜੀ। ਦਾਸ ਤੋਂ ਇਤਿਹਾਸ ਸਰਵਣ ਕਰਾਉਂਦੇ ਆ। ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋਈਆਂ ਹੋਣੀਆਂ। ਗੁਰੂ ਔਰ ਗੁਰੂ ਜੀ ਦੀ ਸੰਗਤ ਬਖਸ਼ਣਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ।